अक्सर शो विच ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਯੂਕੇ ਕੈਨੇਡਾ ਪਰ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ ਕਿ ਇਹਨਾਂ ਕੰਟਰੀਜ਼ ਤੋਂ ਇਲਾਵਾ ਵੀ ਸਾਨੂੰ ਹੋਰ ਕੰਟਰੀਜ਼ ਬਾਰੇ ਦੱਸਿਆ ਜਾਵੇ ਖਾਸ ਤੌਰ ਤੇ ਨਿਊਜ਼ੀਲੈਂਡ ਨੂੰ ਲੈ ਕੇ ਬਹੁਤ ਸਾਰੇ ਸਵਾਲ ਸੀ ਸੋ ਅੱਜ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਈਜ਼ੀ ਵੇ ਕੰਸਲਟੈਂਸੀ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਅਤੇ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸੋ ਸਰ ਜਿਵੇਂ ਆਪਾਂ ਅਕਸਰ ਸਟੂਡੈਂਟਸ ਦੇ ਕਈ ਵਾਰੀ ਸਵਾਲ ਰਹਿੰਦੇ ਨੇ ਕਿ ਆਸਟ੍ਰੇਲੀਆ ਨੂੰ ਲੈ ਕੇ ਜੋ ਸਟ੍ਰਿਕਟ ਹੋ ਗਿਆ ਉਹਦੇ ਬਾਰੇ ਦੱਸੋ ਯੂਕੇ ਕੈਨੇਡਾ ਪਰ ਨਿਊਜ਼ੀਲੈਂਡ ਨੂੰ ਲੈ ਕੇ ਵੀ ਕੁਝ ਸਟੂਡੈਂਟਸ ਦੇ ਅਕਸਰ ਸਵਾਲ ਬਣੇ ਹੀ ਰਹਿੰਦੇ ਨੇ ਸੋ ਅੱਜ ਦੇ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਨਿਊਜ਼ੀਲੈਂਡ ਕਿਹੜਾ ਸਟੂਡੈਂਟ ਆਪਾਂ ਪ੍ਰੋਪਰ ਐਲੀਜੀਬਲ ਮੰਨੇ ਜਿਹੜਾ ਅਪਲਾਈ ਕਰਕੇ ਉੱਥੇ ਜਾ ਸਕਦਾ ਹੈ ਬਿਲਕੁਲ ਜੀ ਦੇਖੋ ਨਿਊਜ਼ੀਲੈਂਡ ਜਿਹੜਾ ਹੈ ਉਹ ਬਹੁਤ ਮੈਂ ਪਹਿਲਾਂ ਵੀ ਡਿਸਕਸ ਕਰਦਾ ਹਰ ਇੱਕ ਸ਼ੋਅ ਦੇ ਵਿੱਚ ਕਿ ਨਿਊਜ਼ੀਲੈਂਡ ਬਹੁਤ ਬਿਊਟੀਫੁਲ ਕੰਟਰੀ ਹੈ ਛੋਟਾ ਜ਼ਰੂਰ ਹੈ ਬਟ ਅਪਰਚੁਨਿਟੀਜ਼ ਬਹੁਤ ਜ਼ਿਆਦਾ ਨੇ ਦੋਨੋਂ ਹੀ ਨਾਰਥ ਐਂਡ ਸਾਊਥ ਆਈਲੈਂਡ ਦੋਨੋਂ ਜਿਹੜੇ ਨਿਊਜ਼ੀਲੈਂਡ ਦੇ ਪਾਰਟ ਹੈਗੇ ਨੇ ਬਹੁਤ ਸੋਹਣੇ ਨੇ ਔਰ ਦੋਨਾਂ ਜਗ੍ਹਾ ਤੇ ਹੀ ਬਹੁਤ ਸਾਰੇ ਇੰਸਟੀਚਿਊਟਸ ਹੈਗੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਸ਼ਨਸ ਦਿੰਦੇ ਨੇ ਜੀ ਨਿਊਜ਼ੀਲੈਂਡ ਬੇਸਿਕਲੀ ਜਿਹੜਾ ਹੈਗਾ ਬਹੁਤ ਸਾਰੇ ਗਵਰਨਮੈਂਟ ਇੰਸਟੀਚਿਊਟ ਨਾਲ ਪੜ੍ਹਿਆ ਹੋਇਆ ਮੈਂ ਕਹਾਂਗਾ ਕਿ ਉੱਥੇ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਬੱਚਿਆਂ ਨੂੰ ਅਪਲਾਈ ਕੀਤਾ ਜਾਵੇ ਔਰ ਉਹਨਾਂ ਨੂੰ ਫੈਸਿਲਿਟੀਜ਼ ਵੀ ਬਹੁਤ ਜ਼ਿਆਦਾ ਨੇ ਪਿੱਛੇ ਜੇ ਨਿਊਜ਼ੀਲੈਂਡ ਨੇ ਬਹੁਤ ਸਾਰੇ ਸਟੂਡੈਂਟਸ ਨੂੰ ਕੋਵਿਡ ਦੇ ਦੌਰਾਨ ਬੜੀ ਹੈਲਪ ਕੀਤੀ ਚਾਹੇ ਉਹ ਵਿਜ਼ਟਰ ਵੀਜ਼ਾ 'ਤੇ ਸੀ ਚਾਹੇ ਉਹ ਸਟੂਡੈਂਟ 'ਤੇ ਸੀ ਸਭ ਬੱਚਿਆਂ ਨੇ ਸਭ ਦੇ ਲਈ ਜਿਹੜਾ PR ਦੇ ਰਸਤੇ ਖੋਲ੍ਹੇ ਔਰ ਉਹਨਾਂ ਸਾਰਿਆਂ ਨੂੰ PR ਦਿੱਤੀ ਮੇਰੇ ਬਹੁਤ ਸਾਰੇ ਬੱਚੇ ਸਟੂਡੈਂਟ ਉੱਥੇ ਗਏ ਹੋਏ ਸੀ ਜਿਹੜੇ ਛੋਟਾ ਮੋਟਾ ਕੰਮ ਕਰਦੇ ਸੀ ਔਰ ਵਿਚਾਰੇ ਇਹ ਸੋਚਦੇ ਸੀ ਕਿ ਇੱਥੇ ਕੁਝ ਹੋਣਾ ਨਹੀਂ ਜਾਂ PR ਨਹੀਂ ਹੋਣੀ ਔਰ ਉਸ ਤੋਂ ਬਾਅਦ ਜਿਹੜਾ ਸਾਨੂੰ ਕਿਤੇ ਹੋਰ ਕੰਟਰੀ ਜਾਣਾ ਪੈਣਾ ਪਰ ਉਹਨਾਂ ਸਾਰਿਆਂ ਦੀ PR ਹੋਈ ਸਾਰੇ ਤਰੀਕੇ ਨਾਲ ਜਿਹੜੇ ਉੱਥੇ ਪੱਕੇ ਨੇ ਔਰ ਇਸ ਟਾਈਮ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਮੈਂ ਬਹੁਤ ਵਾਰੀ ਜਾਣਾ ਹੈ ਔਰ ਮਿਲਦਾ ਰਹਿੰਦਾ ਉਹਨਾਂ ਸਟੂਡੈਂਟਸ ਨੂੰ ਔਰ ਬਹੁਤ ਖੁਸ਼ ਵੀ ਨੇ ਔਰ ਜਿਹੜੀ ਲਾਈਫ ਹੈਗੀ ਆ ਬੜੀ ਸਮੂਥ ਹੈਗੀ ਆ ਜੀ ਜੇ ਮੈਂ ਸਟੂਡੈਂਟ ਵੀਜ਼ਾ ਦੀ ਗੱਲ ਕਰਾਂ ਤਾਂ ਜਿਹੜਾ ਬੱਚਾ ਆਸਟ੍ਰੇਲੀਆ ਲਈ ਅੱਜ ਕੱਲ੍ਹ ਅਪਲਾਈ ਕਰ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਬਹੁਤ ਸਖਤੀ ਹੋ ਗਈ ਹੈ ਪਰ ਆਸਟ੍ਰੇਲੀਆ 'ਚ ਪੰਜਾਬ ਹਰਿਆਣਾ ਦੇ ਸਪੈਸ਼ਲੀ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਲਈ ਜਿਹੜਾ ਹੈ ਬਹੁਤ ਸਾਰੀਆਂ ਯੂਨੀਵਰਸਿਟੀ ਨੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਨਹੀਂ ਲੈਣਾ ਸਪੈਸ਼ਲੀ ਹਰਿਆਣਾ ਲਈ ਤਾਂ ਬਹੁਤ ਜ਼ਿਆਦਾ ਸਟੂਡੈਂਟ ਨੂੰ ਜਿਹੜਾ ਮਨਾ ਕੀਤਾ ਜਾ ਰਿਹਾ ਚਲੋ ਉਹਦੇ 'ਚ ਕੁਝ ਬਹੁਤ ਸਾਰੀਆਂ ਗਲਤੀਆਂ ਨੇ ਸਟੂਡੈਂਟਸ ਦੀਆਂ ਵੀ ਔਰ ਏਜੰਟਸ ਦੀਆਂ ਵੀ ਕਿ ਉਹ ਅਸੀਂ ਵਾਰ-ਵਾਰ ਡਿਸਕਸ ਨਹੀਂ ਕਰਨਾ ਚਾਹਾਂਗੇ ਪਰ ਫਿਰ ਵੀ ਇਹਨਾਂ ਬੱਚਿਆਂ ਦਾ ਕੀ ਭਵਿੱਖ ਹੈਗਾ ਕਿਉਂਕਿ ਹਰ ਇੱਕ ਬੱਚਾ ਸੋਚਦਾ ਹੈ ਕਿ ਯਾਰ ਮੈਂ ਆਸਟ੍ਰੇਲੀਆ ਜਾਣਾ ਹੈ ਕਿਉਂਕਿ ਆਸਟ੍ਰੇਲੀਆ ਅੱਜ ਕੈਨੇਡਾ ਤੋਂ ਬਾਅਦ ਜਾਂ ਕੈਨੇਡਾ ਤੋਂ ਪਹਿਲਾਂ ਜਿਹੜਾ ਇੱਕ ਨਾਮ ਹੈਗਾ ਆਸਟ੍ਰੇਲੀਆ ਦਾ ਹੈਗਾ ਹਾਂਜੀ ਬਿਲਕੁਲ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਤਾ ਹੈ ਕਿ ਮੈਂ ਆਸਟ੍ਰੇਲੀਆ ਪਹੁੰਚ ਗਿਆ ਤਾਂ ਆਸਟ੍ਰੇਲੀਆ ਜਾ ਕੇ ਜਿਹੜਾ ਮੈਨੂੰ ਕੰਮ ਜਿਹੜਾ ਹੈਗਾ ਬਹੁਤ ਵਧੀਆ ਮਿਲਣਾ ਔਰ ਮੇਰੀ ਇਨਕਮ ਜਿਹੜੀ ਹੈ ਬਹੁਤ ਵਧੀਆ ਹੋ ਜਾਣੀ ਈਵਨ ਕਿ ਉਨੀ ਦੀ ਇਨਕਮ ਤੁਹਾਡੀ ਕੈਨੇਡਾ 'ਚ ਨਹੀਂ ਹੋਣੀ ਜਿੰਨੀ ਤੁਸੀਂ ਆਸਟ੍ਰੇਲੀਆ 'ਚ ਕਰ ਲੈਂਦੇ ਹੋ ਜੀ ਪਰ ਜਦੋਂ ਤੁਸੀਂ ਆਪਣੀ ਫਾਈਲ ਅਪਲਾਈ ਕਰਦੇ ਹੋ ਤੁਸੀਂ ਪੰਜਾਬ ਹਰਿਆਣਾ ਤੋਂ ਸਟੂਡੈਂਟ ਤਾਂ ਤੁਹਾਨੂੰ ਜਿਹੜਾ ਹੈ ਡਿਫਿਕਲਟ ਹੋ ਸਕਦਾ ਵੀਜ਼ਾ ਲੈਣਾ ਇਵਨ ਕਿ ਬਹੁਤ ਸਾਰੇ ਬੱਚਿਆਂ ਦੀ ਤਾਂ GT ਹੀ ਨਹੀਂ ਜਿਹੜੀ ਅਪਰੂਵ ਕਰ ਰਹੀਆਂ ਯੂਨੀਵਰਸਿਟੀਜ਼ ਫਿਰ ਉਹਨਾਂ ਲਈ ਕੀ ਆਪਸ਼ਨ ਹੈਗੀ ਆ ਉਹਨਾਂ ਲਈ ਜਿਹੜੀ ਦੂਸਰੀ ਆਪਸ਼ਨ ਹੈਗੀ ਆ ਉਹ ਨਿਊਜ਼ੀਲੈਂਡ ਹੈਗੀ ਆ ਬਿਲਕੁਲ ਕਿਉਂਕਿ ਨਿਊਜ਼ੀਲੈਂਡ ਇੱਕ ਇੱਦਾਂ ਦਾ ਕੰਟਰੀ ਹੈ ਜਿਹੜਾ ਆਸਟ੍ਰੇਲੀਆ ਦੇ ਨਾਲ ਬਹੁਤ ਵਧੀਆ ਸਾਂਝਾ ਸਿਸਟਰ ਕੰਸਰਨਸ ਕੰਟਰੀਜ਼ ਹੈਗੀਆਂ ਨੇ ਔਰ ਇੱਕ ਦੂਜੇ ਦੀ ਹੈਲਪ ਕਰਦੀਆਂ ਨੇ ਜਿਹੜਾ ਬੱਚਾ ਨਿਊਜ਼ੀਲੈਂਡ ਦੇ ਵਿੱਚ ਪੜ੍ਹਨ ਜਾਏਗਾ ਜਦੋਂ ਉੱਥੇ PR ਹੋ ਜਾਏਗਾ ਤਾਂ ਉਹਦੇ ਕੋਲ ਰਾਈਟਸ ਹੁੰਦੇ ਨੇ ਕਿ ਆਸਟ੍ਰੇਲੀਆ ਜਾ ਕੇ ਕੰਮ ਕਰ ਸਕੇ ਸਿਟੀਜ਼ਨ ਹੋਣ ਤੋਂ ਬਾਅਦ ਇਹ ਹੈਗਾ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਸੇਮ ਹੀ ਕੰਮ ਕਰ ਸਕਦੇ ਹੋ ਐਜ਼ ਅ ਸਿਟੀਜ਼ਨ ਤੁਸੀਂ ਉੱਥੇ ਰਹਿ ਸਕਦੇ ਹੋ ਉਹਨੂੰ ਆਪਣੀ ਸਿਟੀਜ਼ਨਸ਼ਿਪ ਨੂੰ ਵੀ ਚੇਂਜ ਕਰਵਾ ਸਕਦੇ ਹੋ ਤੁਸੀਂ ਇਹ ਸਮਝ ਲਓ ਕਿ ਜੇਕਰ ਤੁਸੀਂ ਅੱਜ ਆਸਟ੍ਰੇਲੀਆ ਨਹੀਂ ਜਾ ਪਾ ਰਹੇ ਹੋ ਤਾਂ ਤੁਸੀਂ ਨਿਊਜ਼ੀਲੈਂਡ ਜਾ ਰਹੇ ਹੋ ਤਾਂ ਤੁਸੀਂ ਘੁੰਮਾ ਕੇ ਆਸਟ੍ਰੇਲੀਆ ਹੀ ਪਹੁੰਚ ਜਾਣਾ ਕੋਈ ਇਸ਼ੂ ਨਹੀਂ ਹੈਗਾ ਤੁਹਾਨੂੰ ਨਿਊਜ਼ੀਲੈਂਡ ਪਹਿਲੀ ਗੱਲ ਤਾਂ ਅੱਛਾ ਲੱਗੇਗਾ ਜੇ ਨਿਊਜ਼ੀਲੈਂਡ ਤੁਸੀਂ 1% ਨਹੀਂ ਵੀ ਰਹਿਣਾ ਚਾਹੁੰਦੇ ਤੁਸੀਂ ਆਸਟ੍ਰੇਲੀਆ ਮੂਵ ਹੋਣਾ ਚਾਹੁੰਦੇ ਤੁਸੀਂ ਆਸਟ੍ਰੇਲੀਆ ਮੂਵ ਹੋ ਸਕਦੇ ਹੋ ਮੇਰੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ PR ਸਿਟੀਜ਼ਨਸ਼ਿਪ ਤੋਂ ਬਾਅਦ ਅੱਜ ਆਸਟ੍ਰੇਲੀਆ 'ਚ ਵਸੇ ਹੋਏ ਨੇ ਮੈਲਬਨ 'ਚ ਨੇ ਕੋਈ ਸਿਡਨੀ 'ਚ ਨੇ ਕੋਈ ਐਡੀਲੇਡ 'ਚ ਨੇ ਉਹ ਉੱਥੇ ਬਹੁਤ ਵਧੀਆ ਖੁਸ਼ ਨੇ ਔਰ ਦੋਨੋਂ ਆਪਸ਼ਨਸ ਦੇਖੋ ਇੱਕ ਕੰਟਰੀ ਤੁਹਾਨੂੰ ਦੋ ਆਪਸ਼ਨਸ ਦੇ ਕੇ ਜਾ ਰਹੀ ਹੈ ਕਿਉਂਕਿ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰਦੇ ਹੋ ਤਾਂ ਮਤਲਬ ਤੁਸੀਂ ਉੱਥੇ ਹੀ ਰਹਿਣਾ ਹੈ ਉੱਥੋਂ ਦੀ ਹੀ PR ਲੈਣੀ ਹੈ ਤੁਸੀਂ ਉੱਥੋਂ ਦੇ ਹੀ ਸਿਟੀਜ਼ਨ ਬਣੋਗੇ ਤੁਸੀਂ ਹਮੇਸ਼ਾ ਉੱਥੇ ਹੀ ਕੰਮ ਕਰੋਗੇ ਦੂਸਰੇ ਦੇ ਲਈ ਤੁਹਾਨੂੰ ਅਲੱਗ ਤੋਂ ਫਿਰ ਤੋਂ ਵੀਜ਼ਾ ਅਪਲਾਈ ਕਰਨਾ ਪਏਗਾ ਜੀ ਪਰ ਇੱਥੇ ਇਸ ਤਰ੍ਹਾਂ ਨਹੀਂ ਹੈ ਅਗਰ ਤੁਸੀਂ PR ਲੈ ਲੈਂਦੇ ਹੋ ਸਿਟੀਜ਼ਨਸ਼ਿਪ ਲੈ ਲੈਂਦੇ ਹੋ ਤਾਂ ਤੁਸੀਂ ਆਰਾਮ ਨਾਲ ਆਪਣਾ ਕਿਤੇ ਵੀ ਸ਼ਿਫਟ ਹੋ ਸਕਦੇ ਹੋ ਤੁਸੀਂ ਆਸਟ੍ਰੇਲੀਆ ਖੁਸ਼ ਹੋ ਤਾਂ ਆਸਟ੍ਰੇਲੀਆ ਜਾ ਸਕਦੇ ਹੋ ਤੁਸੀਂ ਨਿਊਜ਼ੀਲੈਂਡ ਖੁਸ਼ ਹੋ ਤਾਂ ਨਿਊਜ਼ੀਲੈਂਡ ਰਹਿ ਸਕਦੇ ਹੋ ਇਹਨਾਂ ਸਭ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਬੇਸ਼ੱਕ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਤੁਸੀਂ UK ਤੋਂ ਰਿਫਿਊਜ਼ ਹੋ ਸ਼ਰਤ ਇੱਕੋ ਹੈਗੀ ਆ ਕਿ ਤੁਹਾਡੇ ਕੋਲ ਜਿਹੜੇ ਫੰਡ ਨੇ ਉਹ ਪੁਰਾਣੇ ਹੋਣੇ ਚਾਹੀਦੇ ਨੇ ਔਰ ਤੁਹਾਡੇ ਕੋਲ ਫੰਡ ਦਾ ਸੋਰਸ ਹੋਣਾ ਚਾਹੀਦਾ ਕਿ ਪੈਸਾ ਕਿੱਥੋਂ ਆਇਆ ਬੇਸ਼ੱਕ ਨਵੇਂ ਫੰਡ ਹੋਣ ਜੈਨੂਅਨ ਜਿਹੜੀ ਸਪਾਂਸਰਸ਼ਿਪ ਤੁਹਾਡੀ ਹੋਣੀ ਚਾਹੀਦੀ ਆ ਉਸ ਬਿਹਾਫ ਤੇ ਨਿਊਜ਼ੀਲੈਂਡ ਤੁਹਾਨੂੰ ਵੀਜ਼ਾ ਦਿੰਦਾ ਹੈ ਮੇਰੇ ਪਿੱਛੇ ਵੀ ਵੀਜ਼ਾ ਆਏ ਨੇ ਮੈਂ ਕੱਲ੍ਹ ਵੀ ਇੱਕ ਵੀਜ਼ਾ ਪਾਇਆ ਸੀ ਨਿਊਜ਼ੀਲੈਂਡ ਦਾ ਬੱਚੇ ਦਾ ਵੀਜ਼ਾ ਆਇਆ ਬਹੁਤ ਵਧੀਆ ਪ੍ਰੋਫਾਈਲ ਸੀ ਔਰ ਬੱਚੇ ਨੂੰ ਇੰਟਰਵਿਊ ਕਲੀਅਰ ਕੀਤੀ ਉਹਨੇ ਔਰ ਉਹਦਾ ਵਿਦਿਨ 2 ਆਵਰਸ ਦੇ ਵਿੱਚ ਉਹਦਾ ਵੀਜ਼ਾ ਆ ਗਿਆ ਜੀ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਬਿਲਕੁਲ ਤਾਂ ਆਸਟ੍ਰੇਲੀਆ ਦੇ ਵਿੱਚ ਜੋ ਤੁਸੀਂ ਅਪਲਾਈ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਮਾਸਟਰ ਲਈ ਜਾਣਾ ਹੈ ਤਾਂ ਆਸਟ੍ਰੇਲੀਆ ਦੇ ਜਿਹੜੀ ਫੀਸ ਵੀ ਜ਼ਿਆਦਾ ਹੈਗੀ ਹੈ
ਔਰ ਉੱਥੇ ਸਪਾਊਸ ਦੇ ਵੀਜ਼ੇ ਦੀ ਥੋੜੀ ਚਾਂਸਸ ਘੱਟ ਹੁੰਦੇ ਨੇ। ਪਰ ਅਗਰ ਨਿਊਜ਼ੀਲੈਂਡ ਅਪਲਾਈ ਕਰਦੇ ਹੋ, ਨਿਊਜ਼ੀਲੈਂਡ ਲੈਵਲ 8 ਜਾਂ ਲੈਵਲ 9 ਦੇ ਵਿੱਚ ਜਦੋਂ ਅਪਲਾਈ ਕਰਦੇ ਹੋ ਤਾਂ ਫਿਰ ਉੱਥੇ ਤੁਹਾਡੇ ਵੀਜ਼ਾ ਦੇ ਚਾਂਸਸ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਤਾਂ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਨੀਆਂ ਅਸੀਂ ਨਿਊਜ਼ੀਲੈਂਡ ਦੇ ਲਈ, ਅਸੀਂ ਵਾਰੀ-ਵਾਰੀ ਉਹ ਡਿਸਕਸ ਵੀ ਕਰਾਂਗੇ। ਹਾਂਜੀ ਜੀ ਬਿਲਕੁਲ। ਸੋ ਬਿਲਕੁਲ ਆਪਣੇ ਨਾਲ ਦਰਸ਼ਕਾਂ ਨੂੰ ਅਸੀਂ ਕਹਿਣਾ ਚਾਹਾਂਗੇ, ਤੁਹਾਡਾ ਆਪਣਾ ਕੋਈ ਵੀ ਸਵਾਲ ਹੈ, ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਹੈ, ਤੁਸੀਂ ਇਸ ਉੱਪਰ ਕਾਲ ਕਰਕੇ ਵੀ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਟਾਈਮਲੀ ਸਹੀ ਜਾਣਕਾਰੀ ਦਾ ਮਿਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਵੇਂ ਹੀ ਇੱਕ ਇਨਟੇਕ ਖੁੱਲ ਜਾਂਦਾ ਹੈ ਬਹੁਤ ਸਾਰੀਆਂ ਆਪਸ਼ਨਸ ਵੀ ਤੁਹਾਡੇ ਹੱਥੋਂ ਚਲੀਆਂ ਜਾਂਦੀਆਂ ਨੇ। ਸੋ ਅਸੀਂ ਟਾਈਮਲੀ ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ, ਨਵੀਂ ਆਪਸ਼ਨਸ ਵੀ ਤੁਹਾਨੂੰ ਦੱਸਦੇ ਰਹਿੰਦੇ ਹਾਂ। ਤੇ ਸਰ ਵੀ ਹਮੇਸ਼ਾ ਜੋ ਹੈ ਬਹੁਤ ਸਾਰੀ ਆਪਸ਼ਨਸ ਰਿਸਰਚ ਕਰਦੇ ਰਹਿੰਦੀ ਇਹਨਾਂ ਦੀ ਟੀਮ, ਤਾਂ ਕਿ ਸਟੂਡੈਂਟਸ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੋਵੇ ਤੁਹਾਨੂੰ ਇੱਕ ਚੰਗੀ ਆਪਸ਼ਨ ਦੇ ਨਾਲ ਤੁਸੀਂ ਆਪਣਾ ਭਵਿੱਖ ਜਿਹੜਾ ਸੁਨਹਿਰਾ ਕਰ ਸਕੋ। ਸੋ ਇਨਟੇਕਸ ਬਾਰੇ ਵੀ ਗੱਲ ਮੈਂ ਜ਼ਰੂਰ ਕਰਨਾ ਚਾਹੂੰਗੀ ਸਰ, ਔਰ ਖਾਸ ਤੌਰ ਤੇ ਰਿਫਿਊਜ਼ਲ ਕੇਸਿਸ ਦੀ ਗੱਲ ਕਰਨਾ ਚਾਹੂੰਗੀ ਕਿ ਉਹਨਾਂ ਨੂੰ ਅਗਰ ਉਹਨਾਂ ਨੇ ਰੀ ਅਪਲਾਈ ਕਰਨਾ ਹੈ, ਹੁਣ ਉਹ ਨਿਊਜ਼ੀਲੈਂਡ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਤਾਂ ਕਿਹੜੀ ਗੱਲਾਂ ਦਾ ਧਿਆਨ ਰੱਖਣ, ਔਰ ਇਨਟੇਕ ਜ਼ਰੂਰ ਦੱਸੋ ਹੁਣ ਕਦੋਂ ਅਪਲਾਈ ਕੀਤਾ ਜਾ ਸਕਦਾ ਹੈ। ਦੇਖੋ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਇਨਟੇਕ ਹੈਗਾ ਹੁਣ ਸਪਟੈਂਬਰ ਅਕਤੂਬਰ ਹੈਗਾ, ਬਹੁਤ ਸਾਰੇ ਇੰਸਟੀਚਿਊਟ ਸਪਟੈਂਬਰ ਦੇ ਰਹੇ ਨੇ, ਕੋਈ ਅਕਤੂਬਰ ਦੇ ਰਹੇ ਨੇ ਤੇ ਉਸ ਤੋਂ ਬਾਅਦ ਜਨਵਰੀ ਹੈਗਾ ਜੀ। ਤਾਂ ਇਸ ਕਰਕੇ ਸਾਡੇ ਕੋਲ ਹਜੇ ਟਾਈਮ ਹੈਗਾ ਸਪਟੈਂਬਰ ਅਕਤੂਬਰ ਲਈ ਅਪਲਾਈ ਕਰਨ ਲਈ। ਅਗਰ ਤੁਸੀਂ ਜਾਣਾ ਚਾਹੁੰਦੇ ਹੋ ਨਿਊਜ਼ੀਲੈਂਡ, ਤੁਸੀਂ ਆਸਟ੍ਰੇਲੀਆ ਅਪਲਾਈ ਕੀਤਾ ਸੀ, ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ, ਤਾਂ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ। ਸ਼ਰਤ ਇੱਕੋ ਹੀ ਹੈ ਕਿ ਤੁਹਾਡੇ ਕੋਲ ਜਿਹੜੇ ਫੰਡਸ ਦੀ ਆ, ਔਰ ਸੈਕੰਡਲੀ ਜਿਹੜਾ ਹੈਗਾ ਤੁਹਾਡੀ ਇੰਟਰਵਿਊ ਆ ਸਕਦੀ ਹੁੰਦੀ ਹੈ, ਤੁਸੀਂ ਇੰਟਰਵਿਊ ਲਈ ਵੀ ਪ੍ਰੋਪਰ ਪ੍ਰਿਪੇਅਰ ਰਹਿਣਾ। ਔਰ ਦੂਸਰੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਕੋਰਸ ਚੂਜ਼ ਕੀਤਾ ਉਹ ਬਿਲਕੁਲ ਰੈਲੇਵੈਂਟ ਹੋਣਾ ਚਾਹੀਦਾ। ਜਿਹੜਾ ਕੋਰਸ ਤੁਸੀਂ ਆਸਟ੍ਰੇਲੀਆ ਚੂਜ਼ ਕੀਤਾ ਉਹੀ ਕੋਰਸ ਤੁਹਾਨੂੰ ਜਿਹੜਾ ਹੈ ਉਸ ਦੇ ਨਾਲ ਦਾ ਜਿਹੜਾ ਕੋਰਸ ਮੈਂ ਕਹਾਂਗਾ ਕਿ ਸਿਮਿਲਰ ਕੋਰਸ ਜਿਹੜਾ ਇੱਥੇ ਲੈਣਾ ਪਏਗਾ, ਕਿਉਂਕਿ ਵੀਜ਼ਾ ਆਫਿਸਰ ਦੇ ਤੁਹਾਨੂੰ ਕੁਐਸਚਨਸ ਹੋਣਗੇ ਉਸ ਦੇ ਲਈ, ਔਰ ਤੁਸੀਂ ਉਹਦੇ 'ਚ ਈਜ਼ੀ ਹੋ ਜਾਓਗੇ ਅਗਰ ਸੇਮ ਤੁਹਾਨੂੰ ਕੁਐਸਚਨ ਹੁੰਦਾ ਹੈ। ਔਰ ਦੂਸਰੀ ਅਗਰ ਅਸੀਂ ਗੱਲ ਕਰੀਏ ਕਿ ਉਹਨਾਂ ਸਟੂਡੈਂਟਸ ਦੀ ਜਿਹੜੇ ਕੈਨੇਡਾ ਤੋਂ ਰਿਫਿਊਜ਼ ਹੋ ਗਏ ਨੇ, ਦੋ ਤੋਂ ਤਿੰਨ ਵਾਰੀ ਰਿਫਿਊਜ਼ ਨੇ, ਉਹਨਾਂ ਲਈ ਵੀ ਬਹੁਤ ਵਧੀਆ ਆਪਸ਼ਨ ਹੈਗੀ ਹੈ, ਕਿਉਂਕਿ ਉਹਨਾਂ ਦੀ ਫੀਸ ਵਾਪਸ ਆਉਂਦੀ ਹੈ, GIC ਵਾਪਸ ਆਉਂਦਾ, ਤੇ ਉਹ ਪੈਸਾ ਜਿਹੜਾ ਕੰਸੀਡਰ ਕਰਦੇ ਨੇ, ਕਿਉਂਕਿ ਤੁਸੀਂ 6 ਮਹੀਨੇ ਜਿਹੜਾ ਪੈਸਾ ਹੈ ਉਹ ਆਪਣੀ ਫੀਸ ਭਰ ਕੇ ਰੱਖਦੇ ਹੋ। ਬੇਸ਼ੱਕ ਉਹ ਕੱਲ ਪਰਸੋਂ ਹੀ ਕਿਉਂ ਨਾ ਆਇਆ ਹੋਵੇ, ਤੁਸੀਂ ਉਹ ਵੀ ਪੈਸਾ ਐਜ਼ ਏ ਜਿਹੜਾ ਸੋਰਸ ਤੁਸੀਂ ਦਿਖਾ ਸਕਦੇ ਹੋ ਕਿ ਇਹ ਪੈਸਾ ਮੇਰਾ ਜਿਹੜਾ ਹੈ ਮੈਂ ਕੈਨੇਡਾ ਭੇਜਿਆ ਸੀ ਉਹ ਤੋਂ ਵਾਪਸ ਆਇਆ, ਔਰ ਤੁਸੀਂ ਨਾਲ ਲਗਾ ਸਕਦੇ ਹੋ। ਉਸ ਤੋਂ ਇਲਾਵਾ ਕੀ ਹੈਗਾ ਕਿ ਫੰਡ ਦੇ ਤੁਹਾਡੇ ਕੋਲ ਕੀ ਸੋਰਸ ਹੋਏ, ਤੁਸੀਂ ਚਾਚਾ ਤਾਇਆ, ਮਾਮਾ ਮਾਮੀ, ਨਾਨਾ ਨਾਨੀ, ਔਰ ਕੋਈ ਵੀ ਤੁਹਾਡਾ ਰਿਲੇਟਿਵ ਕਲੋਜ਼ ਹੈਗਾ ਜਿਹਨੂੰ ਤੁਸੀਂ ਨਾਲ ਦੇ ਸਕਦੇ ਹੋ, ਉਹਦਾ ਥਰਡ ਪਾਰਟੀ ਦਾ ਵੀ ਨਾਲ ਪੈਸਾ ਲਗਾ ਸਕਦੇ ਹੋ, ਔਰ ਉਹ ਜਿਹੜਾ ਪੈਸਾ ਜੈਨੂਇਨ ਪੁਰਾਣਾ ਹੋਣਾ ਚਾਹੀਦਾ ਹੈ, ਔਰ ਉਹਦੇ ਬਿਹਾਫ 'ਤੇ ਵੀ ਤੁਹਾਨੂੰ ਵੀਜ਼ਾ ਮਿਲੇਗਾ। ਤਾਂ ਇਸ ਕਰਕੇ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਅਸੀਂ ਗੱਲ ਕਰੀਏ ਕਿ ਕੀ ਐਲੀਜੀਬਿਲਟੀ ਹੈਗੀ ਬੱਚਿਆਂ ਦੀ, ਤਾਂ ਐਲੀਜੀਬਿਲਟੀ ਦੇ ਬਾਰੇ ਗੱਲ ਕਰਨ ਲਈ ਤੁਹਾਨੂੰ ਦੱਸਾਂਗਾ ਕਿ ਕਈ ਜਿਹੜੇ ਕੋਰਸਿਸ ਦੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸਿਸ ਨੇ ਨਿਊਜ਼ੀਲੈਂਡ ਦੇ ਵਿੱਚ। ਲੈਵਲ 4 ਹੈ, 5 ਹੈ, 6 ਹੈ, 7 ਹੈ, 8 ਹੈ, 9 ਹੈ, ਤਾਂ ਅਲੱਗ-ਅਲੱਗ ਲੈਵਲ ਨੇ। ਹੁਣ ਜੇ ਅਸੀਂ ਡਿਪਲੋਮਾ ਦੀ ਗੱਲ ਕਰੀਏ ਤਾਂ 4, 5, 6 ਜਿਹੜੇ ਹੈਗੇ ਨੇ ਤਿੰਨੋਂ ਡਿਪਲੋਮਾ ਨੇ। 4 ਲੈਵਲ ਬੇਸਿਕ ਲੈਵਲ ਹੈ, ਕਈ ਬੱਚਿਆਂ ਨੇ ਕਿਤੇ ਸਪੈਸ਼ਲਾਈਜੇਸ਼ਨ 'ਚ ਕੁਛ ਕਰਨਾ ਹੁੰਦਾ ਤਾਂ ਉਹਨਾਂ ਨੂੰ ਲੈਵਲ 4 ਨਾਲ ਲੈ ਲੈਣਾ ਚਾਹੀਦਾ, ਕਿਉਂਕਿ ਉਹਦੇ 'ਚ ਈਜ਼ੀ ਹੋ ਜਾਂਦਾ ਉਹਨਾਂ ਨੂੰ ਚੀਜ਼ਾਂ ਨੂੰ ਸਮਝਣਾ, ਬੇਸਿਕ ਚੀਜ਼ਾਂ ਨੂੰ ਸਮਝਣਾ। ਅਦਰਵਾਈਜ਼ ਬਹੁਤ ਸਾਰੇ ਬੱਚੇ ਜਿਹੜੇ ਡਿਪਲੋਮਾ ਦੇ ਵਿੱਚ ਜਾਂਦੇ ਨੇ ਉਹ 5 ਔਰ 6 ਲੈਵਲ ਲੈ ਕੇ ਜਾਂਦੇ ਨੇ, ਉਹਦੇ 'ਚ ਉਹਨਾਂ ਨੂੰ 6 ਨਾਟ ਲੈਸ ਦੈਨ 5.5 ਬੈਂਡ ਦੀ ਰਿਕੁਆਇਰਮੈਂਟ ਰਹਿੰਦੀ ਹੈ। ਇਸ ਤੋਂ ਬਾਅਦ ਲੈਵਲ 7 ਦੀ ਗੱਲ ਕਰੀਏ ਤਾਂ ਇੱਕ ਬੈਚਲਰ ਜਿਹੜਾ ਹੈਗਾ, ਬੈਚਲਰ ਡਿਗਰੀ 'ਚ ਅਗਰ ਤੁਸੀਂ ਕਰਨ ਜਾ ਰਹੇ ਹੋ ਤਾਂ ਉਹਦੇ ਲਈ ਲੈਵਲ 7 ਦੀ ਹੋਣਾ ਜ਼ਰੂਰੀ ਹੈ, ਕਿਉਂਕਿ ਲੈਵਲ 7 ਜਿਹੜਾ ਤੁਹਾਨੂੰ ਬੈਚਲਰ ਡਿਗਰੀ ਤੋਂ ਬਾਅਦ ਜਿਹੜਾ ਇਹ ਵੀ ਰਾਈਟ ਦਿੰਦਾ ਹੈ ਕਿ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ। ਜੀ। ਤਾਂ ਵਰਕ ਪਰਮਿਟ ਦੇ ਲਈ ਵੀ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਲੈਵਲ 8 ਔਰ 9 ਦੀ, ਤਾਂ ਇਹ ਪੋਸਟ ਗ੍ਰੈਜੂਏਟ ਡਿਪਲੋਮਾ ਐਂਡ ਮਾਸਟਰ ਡਿਗਰੀ ਹੈਗਾ। ਉਹ ਕੀ ਹੁੰਦਾ ਕਿ ਜਦੋਂ ਤੁਸੀਂ ਬੈਚਲਰ ਕਰ ਲੈਂਦੇ ਹੋ, ਤੁਸੀਂ ਮੰਨ ਲਓ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਕਿ ਤੁਸੀਂ ਆਪਣੇ ਸਪਾਊਸ ਨੂੰ ਜਾਂ ਬੱਚੇ ਨੂੰ ਨਾਲ ਲੈ ਕੇ ਜਾਣਾ, ਤੁਸੀਂ ਅਗਰ ਲੈਵਲ 8 ਜਾਂ 9 ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਡੇ ਸਪਾਊਸ ਦਾ ਓਪਨ ਵਰਕ ਪਰਮਿਟ ਨਾਲ ਮਿਲੇਗਾ ਉਹਨੂੰ, ਔਰ ਉਹ ਜਿਹੜਾ ਤੁਸੀਂ ਜੌਬ ਕਰ ਸਕਦੇ ਤੁਹਾਡਾ ਸਪਾਊਸ। ਪਰ ਉਹੀ ਜੇ ਲੈਵਲ 7 ਜਾਂ ਉਸ ਤੋਂ ਘੱਟ ਵਾਲੇ ਲੈਵਲ 'ਚ ਜਾਂਦੇ ਹੋ ਤਾਂ ਤੁਹਾਡਾ ਸਪਾਊਸ ਵਰਕ ਨਹੀਂ ਕਰ ਸਕਦਾ, ਉਹਨੂੰ ਵਿਜ਼ਟਰ ਵੀਜ਼ਾ ਹੀ ਮਿਲੇਗਾ। ਓਕੇ ਜੀ ਬਿਲਕੁਲ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ। ਔਰ ਦੇਖੋ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੋਵੇ, ਕਿਤੇ ਵੀ ਤੁਸੀਂ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਉੱਥੇ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋ, ਕਿਉਂਕਿ ਜਿਵੇਂ ਸਪਾਊਸ ਨੂੰ ਨਾਲ ਲੈ ਕੇ ਜਾਣਾ, ਬੱਚਿਆਂ ਨੂੰ ਨਾਲ ਲੈ ਕੇ ਜਾਣਾ, ਤਾਂ ਉੱਥੇ ਇੱਕ ਮਾਹਿਰ ਸਲਾਹ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈ ਕਿਤੇ ਵੀ ਉੱਥੇ ਗਲਤ ਕੋਈ ਐਕਟੀਵਿਟੀ ਨਾ ਹੋ ਸਕੇ, ਗਲਤ ਜੋ ਹੈ ਉਹਦੇ ਉੱਪਰ ਕੰਮ ਨਾ ਹੋਵੇ, ਕਿਤੇ ਤੁਹਾਨੂੰ ਰਿਫਿਊਜ਼ਲ ਫੇਸ ਨਾ ਕਰਨੀ ਪੈ ਜਾਵੇ। ਸੋ ਮੈਂ ਅੱਗੋਂ ਅਗਰ ਗੱਲ ਕਰਾਂ ਸਰ, ਆਪਾਂ ਨਿਊਜ਼ੀਲੈਂਡ ਦੀ ਖਾਸ ਤੌਰ ਤੇ ਜਿਵੇਂ ਗੱਲ ਕਰ ਰਹੇ ਹਾਂ, ਆਪਾਂ ਬਾਕੀ ਕੰਟਰੀਜ਼ ਦੀ ਗੱਲ ਕਰੀਏ, UK ਨੇ ਸਪਾਊਸ ਵੀਜ਼ਾ ਨੂੰ ਲੈ ਕੇ ਸਟ੍ਰਿਕਟ ਕਰ ਦਿੱਤਾ, ਆਸਟ੍ਰੇਲੀਆ ਦੀ ਆਪਾਂ ਆਲਰੇਡੀ ਗੱਲ ਕਰਕੇ ਹਟੇ ਹਾਂ, ਕੈਨੇਡਾ ਦੀ ਗੱਲ ਕਰਦੇ ਹਾਂ ਤਾਂ PT ਸਕੋਰ ਦੀ ਜਿਹੜੀ ਰਿਕੁਆਇਰਮੈਂਟ ਹੈ ਬਹੁਤ ਜ਼ਿਆਦਾ, IELTS ਸਕੋਰ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ, ਤੇ ਇਹਨਾਂ ਸਭ ਦੇ ਵਿਚਕਾਰ ਨਿਊਜ਼ੀਲੈਂਡ ਕਿਤੇ ਨਾ ਕਿਤੇ ਇੱਕ ਚੰਗੀ ਆਪਸ਼ਨ ਵਜੋਂ ਜ਼ਰੂਰ ਉੱਭਰਦਾ ਨਜ਼ਰ ਆ ਰਿਹਾ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਕਿਸ ਤਰ੍ਹਾਂ ਦੇ ਕੋਰਸਿਸ ਵਿੱਚ ਸਟੂਡੈਂਟਸ ਨੂੰ ਆਪਣਾ ਰੁਝਾਨ ਜ਼ਿਆਦਾ ਦਿਖਾਉਣਾ ਚਾਹੀਦਾ ਹੈ? ਹਾਂ ਬਿਲਕੁਲ।
ਦੇਖੋ ਨਿਊਜ਼ੀਲੈਂਡ ਜਿਹੜੀ ਗਵਰਨਮੈਂਟ ਹੈਗੀ ਆ, ਨਿਊਜ਼ੀਲੈਂਡ ਗਵਰਨਮੈਂਟ ਨੇ ਇੱਕ ਗ੍ਰੀਨ ਲਿਸਟ ਜਿਹੜੀ ਰੈਡੀ ਕੀਤੀ ਹੈ। ਗ੍ਰੀਨ ਲਿਸਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਕੁਝ ਕੋਰਸਿਸ ਨੇ ਜਿਹੜੇ ਹਾਈ ਡਿਮਾਂਡ ਦੇ ਵਿੱਚ ਨੇ। ਓਕੇ। ਉਹ ਇਹੋ ਜਿਹੀ ਸਕਿੱਲਸ ਕੈਟਾਗਰੀ ਨੇ ਜਿੱਥੇ ਤੁਸੀਂ ਅਗਰ ਡਿਪਲੋਮਾ ਕਰਦੇ ਹੋ ਤਾਂ ਤੁਹਾਨੂੰ ਉਹਦੇ 'ਚ ਵਰਕ ਪਰਮਿਟ ਮਿਲੇਗਾ। ਪਰ ਬਹੁਤ ਸਾਰੇ ਬੱਚੇ ਮੇਰੇ ਕੋਲ ਆਉਂਦੇ ਨੇ ਜਿਹੜੇ ਬਿਜ਼ਨਸ ਬੈਕਗ੍ਰਾਉਂਡ ਤੋਂ ਹੈਗੇ ਨੇ, ਉਹ ਗ੍ਰੀਨ ਲਿਸਟ ਵਿੱਚ ਨਹੀਂ ਹੈਗਾ। ਇਸ ਤੋਂ ਇਲਾਵਾ ਹੋਰ ਵੀ ਕਾਫੀ ਤਰ੍ਹਾਂ ਦੇ ਹਸਪੀਟੈਲਿਟੀ ਦੇ ਬੱਚੇ ਨੇ, ਉਹ ਗ੍ਰੀਨ ਲਿਸਟ ਵਿੱਚ ਨਹੀਂ ਹੈਗੇ। ਜੀ ਜੀ। ਤਾਂ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ ਹੈ? ਤਾਂ ਦੇਖੋ ਗ੍ਰੀਨ ਲਿਸਟ ਦਾ ਮਤਲਬ ਇਹ ਹੈਗਾ ਕਿ ਅਗਰ ਤੁਸੀਂ ਡਿਪਲੋਮਾ ਕਰਨ ਜਾ ਰਹੇ ਹੋ ਤਾਂ ਤੁਸੀਂ ਅਗਰ ਗ੍ਰੀਨ ਲਿਸਟ ਵਿੱਚ ਹੈਗੇ ਹੋ, ਤੁਸੀਂ ਗ੍ਰੀਨ ਲਿਸਟ ਤੇ ਆਨਲਾਈਨ ਆਪਣੇ ਕੋਰਸਿਸ ਦੇ ਸਕਦੇ ਹੋ। ਪਰ ਉਹ ਜਿਹੜੇ ਉਹ ਕੋਰਸਿਸ ਹੈਗੇ ਨੇ ਉਹਨਾਂ 'ਚ ਤੁਹਾਨੂੰ 2 ਸਾਲ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲੇਗਾ ਔਰ ਤੁਸੀਂ ਪੀਆਰ ਲਈ ਐਲੀਜੀਬਲ ਹੋ ਜਾਓਗੇ ਜੀ। ਪਰ ਅਗਰ ਤੁਸੀਂ ਗ੍ਰੀਨ ਲਿਸਟ ਵਾਲੇ ਪ੍ਰੋਗਰਾਮ 'ਚ ਨਹੀਂ ਹੋ, ਇਟ ਮੀਨਸ ਤੁਸੀਂ ਬਿਜ਼ਨਸ ਜਾ ਰਹੇ ਹੋ, ਤੁਸੀਂ ਕਿਸੇ ਹੋਰ ਫੀਲਡ ਵਿੱਚ ਜਾ ਰਹੇ ਹੋ, ਤੁਸੀਂ ਹਸਪੀਟੈਲਿਟੀ ਜਾ ਰਹੇ ਹੋ, ਤਾਂ ਤੁਹਾਨੂੰ ਬੈਚਲਰ ਡਿਗਰੀ ਲੈਣੀ ਚਾਹੀਦੀ ਹੈ। ਤੁਸੀਂ ਬੈਚਲਰ ਡਿਗਰੀ ਲੈ ਲੈਂਦੇ ਹੋ, ਜਿੰਨੇ ਟਾਈਮ ਦੀ ਬੈਚਲਰ ਡਿਗਰੀ ਕਰੋਗੇ ਉਨੇ ਟਾਈਮ ਦਾ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ। ਤੁਸੀਂ ਆਟੋਮੈਟਿਕਲੀ ਆਪਣੀ ਪੀਆਰ ਲਈ ਐਲੀਜੀਬਲ ਹੋ ਜਾਓਗੇ, ਕਿਉਂਕਿ 3 ਸਾਲ ਦੀ ਬੈਚਲਰ, ਉਸ ਤੋਂ ਬਾਅਦ 3 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲ ਗਿਆ। ਔਰ 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਤੁਸੀਂ ਅਗਰ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਹਾਡੇ ਕੋਲ EMPLOYER ਦੀ ਲੈਟਰ ਹੈਗੀ ਹੈ ਤਾਂ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ। ਤਾਂ ਇਸ ਕਰਕੇ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਸਾਡੇ ਕੋਲ। ਤੁਸੀਂ ਅਗਰ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡੇ ਆਫਿਸ ਤਾਂ ਤੁਸੀਂ ਆ ਸਕਦੇ ਹੋ। ਅਸੀਂ ਤੁਹਾਨੂੰ ਪ੍ਰੋਪਰ ਬਰੀਫ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਆਪਣਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਜਿਹੜਾ ਇਹਨੂੰ ਸਾਕਾਰ ਕਰ ਸਕਦੇ ਹੋ, ਤਾਂ ਕਿ ਤੁਹਾਡੀ ਫਿਰ ਤੋਂ ਰਿਫਿਊਜ਼ਲ ਨਾ ਆਵੇ ਔਰ ਅਸੀਂ ਅੱਛੇ ਤਰੀਕੇ ਨਾਲ ਤੁਹਾਨੂੰ ਗਾਈਡ ਕਰ ਪਾਈਏ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਅੱਗੇ ਬੈਸਟ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਹੋ ਸਕਦੀਆਂ ਨੇ। ਜੀ 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 ਬਿਲਕੁਲ। ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਪੂਰੀ ਡਿਟੇਲ ਦੇ ਵਿੱਚ ਐਡਰੈਸ ਡਿਟੇਲ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ। ਤੁਸੀਂ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਹੋਵੇ, ਤੁਹਾਨੂੰ ਸਹੀ ਰਸਤਾ ਗਾਈਡ ਕੀਤਾ ਜਾ ਸਕੇ। ਸਰ ਤੁਸੀਂ ਜਿਵੇਂ ਪੂਰਾ ਪ੍ਰੋਸੈਸ ਦੱਸ ਰਹੇ ਹੋ, ਨਾਲ ਪੀਆਰ ਦੀ ਵੀ ਗੱਲ ਕੀਤੀ ਹੈ, ਤਾਂ ਸਵਾਲ ਅਕਸਰ ਨਿਊਜ਼ੀਲੈਂਡ ਨੂੰ ਲੈ ਕੇ ਸਟੂਡੈਂਟਸ ਦਾ ਇਹ ਰਹਿੰਦਾ ਹੈ ਕਿ ਪੀਆਰ ਨੂੰ ਬੜੀ ਦਿੱਕਤ ਰਹਿੰਦੀ ਹੈ। ਤਾਂ ਤੁਸੀਂ ਕਿੰਨਾ ਕੁ ਈਜ਼ੀ ਔਰ ਕਿੰਨਾ ਕੁ ਔਖਾ ਕਹੋਗੇ ਨਿਊਜ਼ੀਲੈਂਡ ਸਟੂਡੈਂਟਸ ਦੇ ਲਈ ਪੀਆਰ ਦੇ ਤੌਰ ਤੇ? ਦੇਖੋ ਪੀਆਰ ਦੇ ਲਈ ਬੇਸਿਕਲੀ ਕੀ ਹੁੰਦਾ ਹੈ ਕਿ ਸਟੂਡੈਂਟ ਦਾ ਪੜ੍ਹਨਾ ਜ਼ਰੂਰੀ ਹੈ। ਅਗਰ ਤੁਸੀਂ ਤੇ ਪੜ੍ਹਦੇ ਹੋ ਔਰ ਤੁਸੀਂ ਉੱਥੇ ਕੰਮ ਲੱਭ ਲੈਂਦੇ ਹੋ ਆਪਣਾ, ਦੇਖੋ ਮੇਨ ਕੰਮ ਤੇ ਡਿਪੈਂਡ ਕਰਦਾ ਹੈ। ਤੁਸੀਂ ਕਈ ਬੱਚੇ ਕਿਉਂ ਨਹੀਂ ਪੀਆਰ ਹੁੰਦੇ? ਕਿਉਂਕਿ ਉਹ ਮੰਨ ਲਓ ਗਏ ਨੇ ਇਲੈਕਟ੍ਰੀਸ਼ੀਅਨ ਦੇ ਵਿੱਚ ਔਰ ਕੰਮ ਕਰ ਰਹੇ ਨੇ ਕੁਝ ਹੋਰ। ਕੋਈ ਬੱਚਾ ਹਸਪੀਟੈਲਿਟੀ 'ਚ ਗਿਆ ਹੈ ਲੇਕਿਨ ਉਹ ਕੰਮ ਕਿਤੇ ਹੋਰ ਸਟੋਰ ਤੇ ਕਰ ਰਿਹਾ। ਤਾਂ ਇਸੇ ਵਜ੍ਹਾ ਕਰਕੇ ਤੁਹਾਡੀ ਜਿਹੜੀ ਹੈ ਪੀਆਰ ਨਹੀਂ ਹੁੰਦੀ। ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ। ਕਿਉਂਕਿ ਮੈਂ ਪਿੱਛੇ ਇੱਕ ਬੱਚਾ ਭੇਜਿਆ ਸੀ, ਰਣਵੀਰ ਸਿੰਘ ਮੁੰਡੇ ਦਾ ਨਾਮ ਹੈਗਾ, ਹਸਪੀਟੈਲਿਟੀ 'ਚ ਭੇਜਿਆ ਸੀ। ਨਿਊਜ਼ੀਲੈਂਡ ਦਾ ਜਿਹੜਾ ਬੜਾ ਮਸ਼ਹੂਰ ਟਾਵਰ ਹੈ, ਸਕਾਈ ਟਾਵਰ ਉਹਨੂੰ ਕਹਿੰਦੇ ਨੇ। ਅਗਰ ਤੁਸੀਂ ਉਹ ਦੇਖੋਗੇ ਤਾਂ ਨਿਊਜ਼ੀਲੈਂਡ ਦੇ ਹਰ ਇੱਕ ਫੋਟੋ ਦੇ ਵਿੱਚ ਉਹ ਬਣਿਆ ਆਉਂਦਾ ਹੈ। ਉਹ ਬੱਚਾ ਉੱਥੇ 2 ਸਾਲ ਉਹਨੇ ਹਸਪੀਟੈਲਿਟੀ ਦੇ ਵਿੱਚ ਪੜ੍ਹਿਆ ਔਰ ਉਸ ਤੋਂ ਬਾਅਦ ਉਹਨੂੰ ਉਸ ਜਗ੍ਹਾ ਤੇ ਕੰਮ ਮਿਲਿਆ ਔਰ ਉਹ ਇੰਨਾ ਅੱਛਾ ਕਮਾ ਰਿਹਾ ਹੈ ਕਿ ਉਹਦੇ ਪੇਰੈਂਟਸ ਮੈਨੂੰ ਕਈ ਵਾਰੀ ਮਿਲ ਕੇ ਜਾਂਦੇ ਨੇ ਔਰ ਬਹੁਤ ਖੁਸ਼ ਨੇ। ਸਿਟੀਜ਼ਨ ਹੋ ਗਿਆ ਉਹ। ਓਕੇ। ਔਰ ਸਿਟੀਜ਼ਨ ਤੋਂ ਬਾਅਦ ਜਿਹੜਾ ਹੈ ਉਹਦੀ ਬਹੁਤ ਅੱਛੀ ਲਾਈਫ ਹੈ ਔਰ ਉਹਦੇ ਫਾਦਰ ਸਾਹਿਬ ਮੇਰੇ ਨਾਲ ਫੇਸਬੁੱਕ ਤੇ ਕਈ ਵਾਰੀ ਹੁੰਦੇ ਨੇ ਔਰ ਹਮੇਸ਼ਾ ਹੀ ਬੜਾ ਐਪਰੀਸ਼ੀਏਟ ਕਰਦੇ ਨੇ ਸਾਡੇ ਕੰਮ ਨੂੰ। ਔਰ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ ਜਿਹੜੇ ਬੱਚੇ ਨੇ ਫੋਕਸ ਕੀਤਾ ਆਪਣੇ ਕੰਮ ਤੇ, ਜਿਹੜੇ ਬੱਚਿਆਂ ਨੇ ਇੱਕ ਲਾਈਨ ਪਕੜੀ, ਜਿਹੜੀ ਉਹਨਾਂ ਦੀ ਸਟੱਡੀ ਸੀ ਉਹੀ ਲਾਈਨ ਪਕੜੀ ਔਰ ਉਹਦੇ 'ਚ ਹੀ ਅੱਗੇ ਵਧੇ। ਕਿਉਂਕਿ ਜਦੋਂ ਤੁਸੀਂ ਐਕਸਪਰਟ ਹੋ ਜਾਂਦੇ ਹੋ ਤਾਂ ਫਿਰ ਕੋਈ ਦਿੱਕਤ ਨਹੀਂ ਹੈ। ਮੈਂ ਇੱਕ ਲੜਕੀ ਨੂੰ ਭੇਜਿਆ, ਉਹ ਆਈਟੀ 'ਚ ਮੈਂ ਉਹਨੂੰ ਭੇਜਿਆ ਸੀ। ਬਹੁਤ ਸਾਰੇ ਬੱਚੇ ਜਿਹੜੇ ਆਈਟੀ ਦੇ ਵਿੱਚ ਪੀਆਰ ਨਹੀਂ ਉੱਥੇ ਲੈ ਪਾਉਂਦੇ ਕਿਉਂਕਿ ਆਈਟੀ ਦੇ ਵਿੱਚ ਥੋੜਾ ਡਿਫਿਕਲਟ ਹੁੰਦਾ ਹੈ, ਤੁਹਾਨੂੰ ਅੱਛੀ ਜੌਬ ਮਿਲਣੀ ਜ਼ਰੂਰੀ ਹੈ। ਪਰ ਉਹ ਲੜਕੀ ਨੇ ਆਈਟੀ ਦੇ ਆਕਲੈਂਡ 'ਚ ਉਹਨੂੰ ਭੇਜਿਆ ਸੀ ਔਰ ਆਕਲੈਂਡ ਦੇ ਵਿੱਚ ਉਹਨੇ ਆਪਣੀ ਡਿਗਰੀ ਕੰਪਲੀਟ ਕੀਤੀ ਆਈਟੀ ਦੀ। ਉਸ ਤੋਂ ਬਾਅਦ ਉਹਨੂੰ ਜੌਬ ਮਿਲ ਗਈ ਬਹੁਤ ਅੱਛੀ ਕੰਪਨੀ ਦੀ ਔਰ ਉਹ ਵੀ ਲੜਕੀ ਸਿਟੀਜ਼ਨ ਹੈ। ਔਰ ਮੈਨੂੰ ਕਈ ਵਾਰੀ 1-2 ਵਾਰੀ ਮੇਰੀ ਉਹਦੇ ਨਾਲ ਗੱਲ ਹੋਈ ਹੈ ਔਰ ਉਹਨੇ ਮੈਰਿਜ ਉਹਨਾਂ ਦੀ ਹੋ ਗਈ ਔਰ ਬਹੁਤ ਵਧੀਆ। ਮੈਂ ਸਗੋਂ ਉਹਨਾਂ ਨੂੰ ਕੰਗ੍ਰੈਚੁਲੇਟ ਵੀ ਕੀਤਾ ਕਿਉਂਕਿ ਜਦੋਂ ਕਿਸੇ ਬੱਚੇ ਦੀ ਲਾਈਫ ਸੈਟਲ ਹੋ ਜਾਂਦੀ ਹੈ ਉਹ ਆਪਣੇ ਹਸਬੈਂਡ ਨੂੰ ਇੱਥੋਂ ਲੈ ਕੇ ਗਈ ਹੈ ਔਰ ਬਹੁਤ ਵਧੀਆ ਲੱਗਦਾ ਹੈ ਕਿ ਕੋਈ ਬੱਚਾ ਆਪਣੇ ਬਿਹਾਫ ਤੇ ਅੱਗੇ ਵਧਿਆ ਹੈ, ਆਪਣੀ ਮਿਹਨਤ ਨਾਲ ਅੱਗੇ ਵਧਿਆ ਹੈ। ਔਰ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ ਕਿ ਹਰ ਇੱਕ ਸਟੂਡੈਂਟ ਜਿਹੜਾ ਅਗਰ ਇਹਨਾਂ ਚੀਜ਼ਾਂ ਨੂੰ ਅਡਾਪਟ ਕਰੇ, ਤਰੀਕੇ ਨਾਲ ਰਹੇ ਔਰ ਇਹ ਸਭ ਚੀਜ਼ਾਂ ਕਰੇ ਤਾਂ ਬਹੁਤ ਵਧੀਆ ਹੋ ਸਕਦਾ ਹੈ। ਜੀ ਬਿਲਕੁਲ ਸਹੀ ਗੱਲ ਹੈ। ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਔਰ ਦੂਸਰੀ ਮੇਨ ਗੱਲ ਆ ਜਾਂਦੀ, ਅਸੀਂ ਆਪਣੇ ਸ਼ੋਅ ਦੇ ਜ਼ਰੀਏ ਹਰ ਵਾਰੀ ਇਹ ਮੈਸੇਜ ਦਿੰਦੇ ਹਾਂ ਸਟੂਡੈਂਟਸ ਨੂੰ ਕਿ ਜਿਸ ਵੀ ਕੰਟਰੀ ਵਿੱਚ ਜਾਂਦੇ ਹੋ ਉੱਥੋਂ ਦੇ ਰੂਲਸ ਨੂੰ ਜ਼ਰੂਰ ਫੋਲੋ ਕਰਿਆ ਕਰੋ, ਸ਼ਾਰਟਕਟਸ ਵਿੱਚ ਨਾ ਪਿਆ ਕਰੋ। ਅਕਸਰ ਅਸੀਂ ਦੇਖਦੇ ਹਾਂ ਕਿ ਸਟੂਡੈਂਟ ਕੰਮ ਦੇ ਉੱਪਰ ਜ਼ਿਆਦਾ ਫੋਕਸ ਕਰਨ ਲੱਗ ਜਾਂਦੇ ਨੇ ਤੇ ਜਦੋਂ ਫਿਰ ਬਾਅਦ ਵਿੱਚ ਪੀਆਰ ਨੂੰ ਲੈ ਕੇ ਦਿੱਕਤ ਆਉਂਦੀ ਹੈ ਤਾਂ ਕੰਸਲਟੈਂਟ ਦੇ ਉੱਪਰ ਇਲਜ਼ਾਮ ਲਗਾ ਦਿੰਦੇ ਨੇ ਜਾਂ ਫਿਰ ਕੰਟਰੀ ਦੇ ਉੱਪਰ ਇਲਜ਼ਾਮ ਲਗਾਉਂਦੇ ਨੇ। ਸੋ ਇਸ ਲਈ ਪੂਰੀ ਜਾਣਕਾਰੀ ਲੈ ਕੇ ਸਹੀ ਕੰਸਲਟੈਂਟ ਦੀ ਸਲਾਹ ਦੇ ਨਾਲ ਸਹੀ ਰਸਤੇ ਤੇ ਚੱਲਦੇ ਹੋਏ ਤੁਸੀਂ ਆਪਣਾ ਪੂਰਾ ਪ੍ਰੋਸੈਸ ਕੰਪਲੀਟ ਕਰਿਆ ਕਰੋ। ਆਪਾਂ ਨਿਊਜ਼ੀਲੈਂਡ ਦੀ ਸਰ ਹੁਣੇ ਗੱਲ ਕਰਕੇ ਹਟੇ ਹਾਂ, ਨਾਲ ਦੀ ਨਾਲ ਆਪਾਂ ਜਿਵੇਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਦੁਬਈ ਔਰ ਸਵਿਟਜ਼ਰਲੈਂਡ ਬਾਰੇ ਵੀ ਗੱਲ ਜ਼ਰੂਰ ਕਰਨੀ ਹੈ ਸਟੂਡੈਂਟਸ ਦੇ ਨਾਲ, ਤਾਂ ਮੈਂ ਜ਼ਰੂਰ ਚਾਹੂੰਗੀ ਸਰ ਆਪਾਂ ਸਟੈਪ ਬਾਏ ਸਟੈਪ ਉਧਰ ਨੂੰ ਵੀ ਵਧੀਏ। ਨਾਲ ਦੀ ਨਾਲ ਸਟੂਡੈਂਟਸ ਨੂੰ ਕਹਾਂਗੇ ਜ਼ਰੂਰ, ਨਾਲ ਹੀ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ
ਕਲੈਰਿਟੀ ਉਹਦੀ ਤੁਸੀਂ ਜ਼ਰੂਰ ਲੈਣੀ ਹੈ। ਨੰਬਰ ਲਗਾਤਾਰ ਇਸ ਲਈ ਅਸੀਂ ਡਿਸਪਲੇ ਕੀਤਾ ਹੋਇਆ ਹੈ, ਇਹ ਨੰਬਰ ਨੋਟ ਵੀ ਕਰ ਲਓ ਤੁਸੀਂ। ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਨੂੰ ਸਮਝ ਨਹੀਂ ਆ ਰਹੀਆਂ ਚੀਜ਼ਾਂ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਈਜ਼ੀ ਵੇ ਕੰਸਲਟੈਂਸੀ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਗਾਈਡੈਂਸ ਦੇ ਨਾਲ ਅੱਗੇ ਜ਼ਰੂਰ ਵਧੋ। ਸਰ, ਦੁਬਈ ਦੀ ਗੱਲ ਕਰਨਾ ਚਾਹਾਂਗੇ, ਕਿਸ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਨੇ, ਕਿਹੜੇ ਸਟੂਡੈਂਟਸ ਜਾ ਸਕਦੇ ਨੇ, ਤੇ ਲੌਂਗ ਟਰਮ ਅਗਰ ਆਪਾਂ ਸਟੂਡੈਂਟਸ ਦੇ ਫਿਊਚਰ ਨੂੰ ਦੇਖੀਏ ਤਾਂ ਕਿਵੇਂ ਉਹ ਸੈਟਲ ਕਰ ਸਕਦੇ ਆ ਖੁਦ ਨੂੰ? ਦੇਖੋ, ਦੁਬਈ ਜਿਹੜਾ ਹੈ, ਸਾਡੇ ਹੁਣ ਇੰਡੀਆ 'ਚ ਬਹੁਤ ਲੋਕ ਦੁਬਈ ਘੁੰਮਣ ਜਾਂਦੇ ਨੇ ਤੇ ਉਹ ਜਾਣਦੇ ਨੇ ਕਿ ਦੁਬਈ ਕਿਤਨਾ ਵੱਡਾ ਬਿਜ਼ਨਸ ਹੱਬ ਬਣ ਗਿਆ ਜੀ। ਦੁਬਈ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਮਾਰਕੀਟ ਬਣ ਗਈ ਹੈ ਕਿ ਜਿੱਥੇ ਤੁਹਾਨੂੰ ਮੈਕਸਿਮਮ 5-7 ਸਟਾਰ ਜਿਹੜੇ ਹੋਟਲਸ ਮਿਲਣਗੇ, ਬਹੁਤ ਵੱਡੀਆਂ ਇਮਾਰਤਾਂ ਨੇ ਉੱਥੇ, ਬਹੁਤ ਵੱਡੇ ਆਫਿਸਿਸ ਨੇ, ਬਹੁਤ ਸਾਰੀਆਂ ਇੰਟਰਨੈਸ਼ਨਲ ਕੰਪਨੀਜ਼ ਨੇ ਜਿਹੜੇ ਹੈ ਉਹ ਆਪਣੇ ਆਫਿਸਿਸ ਸ਼ਿਫਟ ਕਰ ਲਏ ਦੁਬਈ ਦੇ ਵਿੱਚ ਜੀ, ਕਿਉਂਕਿ ਉਹ ਫੈਸਿਲਿਟੀਜ਼ ਦੇ ਰਹੇ ਨੇ, ਉਹ ਅੱਛਾ এনवायरमेंट ਦੇ ਰਹੇ ਨੇ, ਅੱਛਾ ਇਨਫਰਾਸਟ੍ਰਕਚਰ ਦੇ ਰਹੇ ਨੇ। ਔਰ ਉੱਥੇ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੈਗੀ ਆ ਕਿ ਉਹ ਸਮੁੰਦਰ ਦੇ ਵਿੱਚ ਇਹ ਬਣਿਆ ਸਿਟੀ ਜਿਹੜਾ ਹੈਗਾ ਦੁਬਈ, ਔਰ ਇੱਥੇ ਕੀ ਹੈਗਾ ਕਿ ਆਉਣਾ ਜਾਣਾ ਬੜਾ ਸੌਖਾ ਹੈ, ਜਿਸ ਕਰਕੇ ਇੱਕ ਬਹੁਤ ਵੱਡਾ ਬਿਜ਼ਨਸ ਹੱਬ ਬਣਦਾ ਜਾ ਰਿਹਾ ਹੈ। ਤੁਸੀਂ ਅਗਰ ਪਿਛਲੇ 10-15 ਸਾਲ ਪਹਿਲਾਂ ਦੀ ਦੁਬਈ ਦੀ ਫੋਟੋ ਦੇਖੋ, ਅੱਜ ਦੀ ਦੇਖੋ, ਤਾਂ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਏਗਾ। ਔਰ ਇੱਕ ਬਹੁਤ ਅਮੀਰ ਕੰਟਰੀ ਨੇ, ਕਿਉਂਕਿ ਜਿੱਥੇ ਆਇਲ ਪ੍ਰੋਡਕਸ਼ਨ ਹੈ ਉੱਥੇ ਉਹ ਆਟੋਮੈਟਿਕਲੀ ਜਿਹੜਾ ਹੈ ਕੰਟਰੀ ਬਹੁਤ ਡਿਵੈਲਪ ਹੋ ਜਾਂਦਾ ਹੈ। ਤਾਂ ਮੈਂ ਖੁਦ ਵੀ 1-2 ਵਾਰੀ ਵਿਜ਼ਿਟ ਕੀਤਾ ਹੈ ਦੁਬਈ, ਔਰ ਉੱਥੇ ਮਿਲਦਾ ਰਹਿੰਦਾ ਹੈ। ਸਾਡੇ ਉੱਥੇ 1-2 ਇੰਸਟੀਚਿਊਟ ਹੈਗੇ ਨੇ ਜਿੱਥੇ ਅਸੀਂ ਕੰਮ ਵੀ ਕਰਦੇ ਉਹਨਾਂ ਨਾਲ। ਤਾਂ ਦੁਬਈ ਕਿਉਂ ਜਾਣਾ ਚਾਹੀਦਾ ਹੈ? ਦੁਬਈ ਹੁਣ ਹਰ ਇੱਕ ਬੱਚਾ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਕੈਨੇਡਾ ਆਸਟ੍ਰੇਲੀਆ ਜਾਣਾ, ਤਾਂ ਦੁਬਈ ਕਿਉਂ ਜਾਵਾਂ? ਦੁਬਈ ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹਨਾਂ ਬੱਚਿਆਂ ਲਈ ਹੈਗਾ ਜਿਹੜੇ ਬੱਚੇ ਐਕਚੁਅਲ 'ਚ ਪੜ੍ਹਨਾ ਚਾਹੁੰਦੇ ਨੇ। ਤੁਸੀਂ MBA ਕਰਨੀ ਹੈ, ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਨਾ ਹੈ, ਤਾਂ ਤੁਹਾਨੂੰ ਉੱਥੋਂ ਦੀ ਜਿਹੜੀ ਏਜੰਸੀਜ਼ ਨੇ ਉਹ ਤੁਹਾਨੂੰ 100% ਪਲੇਸਮੈਂਟ ਦੇ ਰਹੀਆਂ ਨੇ। ਉਹ ਤੁਹਾਨੂੰ ਦੁਬਈ ਹੀ ਨਹੀਂ, ਉਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਜਗ੍ਹਾ 'ਤੇ ਪਲੇਸਮੈਂਟ ਦੇ ਰਹੀਆਂ ਨੇ। ਔਰ ਜਿਹੜੀਆਂ ਇੰਸਟੀਚਿਊਟਸ ਹੈਗੇ ਨੇ ਉਹ 1 ਸਾਲ ਦੁਬਈ, ਔਰ ਉਸ ਤੋਂ ਬਾਅਦ ਤੁਹਾਨੂੰ ਕੈਨੇਡਾ, ਆਸਟ੍ਰੇਲੀਆ, UK ਪਾਥਵੇ ਪ੍ਰੋਗਰਾਮ ਵੀ ਦੇ ਰਹੇ ਨੇ। ਬਹੁਤ ਸਾਰੇ ਬੱਚੇ ਨੇ ਵਿਚਾਰੇ ਜਿਨ੍ਹਾਂ ਨੇ ਬਹੁਤ ਵਾਰੀ ਟਰਾਈ ਕਰ ਲਈ, ਗੈਪ ਸੀ 5-7 ਸਾਲ ਦਾ, ਕਿਤੇ ਵੀ ਵੀਜ਼ਾ ਨਹੀਂ ਲੱਗਿਆ, ਉਹਨਾਂ ਲਈ ਬਹੁਤ ਵਧੀਆ। ਕਿਉਂਕਿ ਦੁਬਈ ਤੁਸੀਂ ਪਹਿਲਾਂ ਕੁਝ ਨਹੀਂ ਦੇਣਾ, ਤੁਸੀਂ ਸਿਰਫ ਆਉਣਾ ਹੈ ਸਾਡੇ ਕੋਲ, ਔਰ ਥੋੜ੍ਹੇ ਬਹੁਤੇ ਪੈਸੇ ਨਾਲ ਰਜਿਸਟ੍ਰੇਸ਼ਨ ਕਰਾਉਣੀ ਹੈ, ਔਰ ਤੁਹਾਡਾ ਜਿਹੜਾ ਜਦੋਂ ਵੀਜ਼ਾ ਲੱਗ ਜਾਏਗਾ ਤਾਂ ਤੁਸੀਂ ਬੈਲੈਂਸ ਜਿਹੜਾ ਪੈਸਾ ਦੇਣਾ ਹੈ, ਤੁਸੀਂ ਆਪਣੀ ਫੀਸ ਭਰਨੀ ਹੈ ਕਾਲਜ ਨੂੰ, ਤੁਸੀਂ ਚਲੇ ਜਾਓਗੇ 1 ਸਾਲ ਉੱਥੇ ਪੜ੍ਹਨਾ ਹੈ, ਔਰ ਉਸ ਤੋਂ ਬਾਅਦ ਤੁਸੀਂ ਦ ਨੈਕਸਟ ਈਅਰ ਜਿਹੜਾ ਤੁਸੀਂ UK ਜਾਂ ਆਸਟ੍ਰੇਲੀਆ ਜਾਂ ਕਿਤੇ ਹੋਰ ਜਿਹੜਾ ਹੈ ਉਸ 'ਤੇ ਸ਼ਿਫਟ ਹੋ ਸਕਦੇ ਹੋ। ਮੈਂ ਖੁਦ ਯੂਨੀਵਰਸਿਟੀ ਜਾ ਕੇ ਆਇਆ, ਮੈਂ ਪਿੱਛੇ ਸਾਇਨਰਜੀ ਯੂਨੀਵਰਸਿਟੀ ਜਾ ਕੇ ਆਇਆ ਸੀ, ਔਰ ਬਹੁਤ ਵਧੀਆ ਲੱਗਿਆ ਉੱਥੇ। ਈਵਨ ਕਿ ਅੱਛੀ ਕੰਟਰੀਜ਼ ਤੋਂ ਸਟੂਡੈਂਟ ਉੱਥੇ ਪੜ੍ਹਨ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੀ ਵੈਲਿਊ ਹੈਗੀ ਯੂਨੀਵਰਸਿਟੀਜ਼ ਦੀ। ਤਾਂ ਪੇਡ ਇੰਟਰਨਸ਼ਿਪ ਦੇ ਨਾਲ ਉਹਨਾਂ ਪ੍ਰੋਵੀਜ਼ਨ ਦਿੱਤੀ ਹੋਈ ਹੈ ਕਿ ਤੁਹਾਨੂੰ ਪੇਡ ਇੰਟਰਨਸ਼ਿਪ ਮਿਲੇਗੀ। ਅਗਰ ਕੋਈ ਬੱਚਾ 1 ਸਾਲ ਤੋਂ ਬਾਅਦ ਕੁਇਟ ਕਰਨਾ ਚਾਹੁੰਦਾ ਹੈ ਕਿ ਮੈਂ ਉੱਥੇ ਹੀ PR ਲੈ ਲਵਾਂ, ਤਾਂ PR ਉਹਨਾਂ ਦੀ 4-5 ਸਾਲ ਦੀ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਕਾਰਡ ਦੇ ਦਿਆਂਗੇ, ਉਹਦੇ ਤੁਹਾਨੂੰ ਅਸੀਂ 1.5 ਤੋਂ 2 ਲੱਖ ਰੁਪਏ ਇੰਡੀਆ ਦਾ ਇਨਵੈਸਟ ਕਰਨਾ ਪੈਂਦਾ। ਤੁਹਾਨੂੰ ਇੰਨਾ ਕਰੋਗੇ ਤੁਹਾਨੂੰ 4-5 ਲੱਖ ਦੀ ਜਿਹੜੀ ਹੈ ਉਹ ਇੱਕ ਟੈਂਪਰੇਰੀ ਰੈਜ਼ੀਡੈਂਸ ਤੁਹਾਨੂੰ ਦੇ ਦੇਣਗੇ, ਜਿੰਦਾ ਤੁਸੀਂ ਫੁੱਲ ਟਾਈਮ ਕੰਮ ਵੀ ਕਰ ਸਕਦੇ ਹੋ। ਪਰ ਉੱਥੇ ਇੰਨੀਆਂ ਅਪਰਚੁਨਿਟੀਜ਼ ਨੇ, ਇੰਨੇ ਵੱਡੇ ਹੋਟਲਸ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਜਿਹੜੇ ਨੇ ਬੱਚੇ ਚਾਹੀਦੇ ਨੇ। ਮੈਂ ਇੱਕ ਅੰਮ੍ਰਿਤਸਰ ਦਾ, ਉੱਥੇ ਮੈਂ ਜਿਹੜੇ ਹੋਟਲ ਠਹਿਰਿਆ ਸੀ ਉੱਥੇ ਅੰਮ੍ਰਿਤਸਰ ਦਾ ਮੁੰਡਾ ਸੀ ਜਿਹਨੇ ਉੱਥੋਂ ਹੀ ਪੜ੍ਹ ਕੇ ਉੱਥੇ ਹੀ ਇੰਟਰਨਸ਼ਿਪ ਲਾਈ ਹੋਈ ਆ, ਔਰ 50,000 ਜਿਹੜਾ ਉਹਦੀ ਸੈਲਰੀ ਸੀ ਇੰਡੀਅਨ ਕਰੰਸੀ ਦੇ ਵਿੱਚ, 50,000 ਪਰ ਮੰਥ ਜਿਹੜਾ ਉਹ ਲੈ ਰਿਹਾ ਸੀ। ਤਾਂ ਇੰਨੀ ਘੱਟ ਫੀਸ ਦੇ ਵਿੱਚ ਪੜ੍ਹ ਕੇ ਤੁਸੀਂ ਉੱਥੇ ਸੈਟਲ ਹੋ ਸਕਦੇ ਹੋ, ਔਰ ਬਹੁਤ ਵਧੀਆ ਤਰੀਕੇ ਨਾਲ ਅੱਛੇ ਇਨਫਰਾਸਟ੍ਰਕਚਰ ਵੀ ਤੁਸੀਂ ਰਹਿ ਸਕਦੇ ਹੋ। ਮੈਂ ਸਾਡੇ ਕਈ ਇੰਡੀਅਨ ਫੈਮਿਲੀ ਨੂੰ ਮਿਲਿਆ ਜਿਨ੍ਹਾਂ ਨੇ ਉੱਥੇ ਆਪਣੇ ਹੀ ਘਰ ਲੈ ਲਏ ਨੇ, ਕਿਉਂਕਿ ਉੱਥੇ ਕੋਈ ਵੀ ਬਹੁਤ ਵਧੀਆ ਚੀਜ਼ ਹੈ ਕਿ ਅਗਰ ਤੁਸੀਂ ਕੋਈ ਫਲੈਟ ਲੈਂਦੇ ਹੋ, ਉਹਦੀ ਇੱਕ ਲਿਮਿਟਡ ਅਮਾਊਂਟ ਹੈਗੀ ਹੈ ਕਿ ਇੰਨੀ ਅਮਾਊਂਟ ਤੁਹਾਨੂੰ ਤੇ ਇਨਵੈਸਟ ਕਰਨੀ ਪੈਗੀ, ਔਰ ਤੁਸੀਂ ਵੀ ਉੱਥੇ ਜਿਹੜਾ ਜਾ ਕੇ ਕੁਝ ਟਾਈਮ ਦੇ ਲਈ ਜਿਹੜਾ ਹੈ ਟੈਂਪਰੇਰੀ ਰੈਜ਼ੀਡੈਂਸ ਹੋ ਸਕਦੇ ਹੋ। 4-5 ਸਾਲ ਨੂੰ ਰੈਗੂਲਰ ਤੁਹਾਨੂੰ ਐਕਸਟੈਂਡ ਕਰਾਉਣੇ ਪੈਂਦਾ ਜੀ। ਤਾਂ ਦੁਬਈ ਬਹੁਤ ਬਿਊਟੀਫੁਲ ਹੈ। ਦੁਬਈ ਦੇ ਵਿੱਚ ਜਾ ਕੇ ਤੁਸੀਂ ਅਗਰ ਇੱਕ ਤਰ੍ਹਾਂ ਦਾ ਬਿਜ਼ਨਸ ਹੱਬ ਹੈ, ਪ੍ਰੈਕਟੀਕਲੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਤਰ੍ਹਾਂ ਲੋਕ ਐਡਵਾਂਸ ਨੇ, ਕਿਸ ਤਰ੍ਹਾਂ ਲੋਕ ਉੱਥੇ ਤੁਹਾਨੂੰ ਪ੍ਰੈਕਟੀਕਲੀ ਤੁਸੀਂ ਕਿਸ ਤਰ੍ਹਾਂ ਕੰਪਨੀਆਂ ਤੋਂ ਸਿੱਖ ਸਕਦੇ ਹੋ, ਤੁਸੀਂ ਉਹਨਾਂ ਨਾਲ ਰਹਿ ਕੇ ਕਿਸ ਤਰੀਕੇ ਨਾਲ ਜਿਹੜਾ ਤੁਹਾਨੂੰ ਹੋਰ ਵੱਡੀ ਤੋਂ ਵੱਡੀ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਜਗ੍ਹਾ ਮਿਲ ਸਕਦੀ ਹੈ ਕੰਮ ਦੀ, ਜਾਂ ਕਿਸ ਤਰ੍ਹਾਂ ਤੁਸੀਂ ਸ਼ਿਫਟ ਹੋ ਸਕਦੇ ਹੋ ਉੱਥੋਂ। ਬਿਲਕੁਲ ਸਹੀ ਹੈ ਸਰ। ਜਦੋਂ ਆਪਾਂ ਦੁਬਈ ਦੀ ਗੱਲ ਕਰਦੇ ਹਾਂ ਤਾਂ ਕੰਟਰੀ ਸਪੈਸੀਫਿਕ ਕੋਰਸਿਸ ਵੀ ਕਿਆ ਕੁਝ ਹੁੰਦੇ ਨੇ? ਕਿਉਂਕਿ ਜਿਵੇਂ ਤੁਸੀਂ ਨਾਲ ਪਾਥਵੇ ਪ੍ਰੋਗਰਾਮ ਦੀ ਵੀ ਗੱਲ ਕਰਦੇ ਹੋ, ਤਾਂ ਕਿਸ ਤਰ੍ਹਾਂ ਨਾਲ ਕੋਰਸਿਸ ਉੱਪਰ ਫੋਕਸ ਕਰਨਾ ਚਾਹੀਦਾ ਹੈ? ਮੈਂ ਇੱਕ ਇੰਸਟੀਚਿਊਟਸ ਅਸੀਂ ਕਰਦੇ ਹਾਂ, ਮੈਂ ਉਸ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਹੀ ਮੈਨੂੰ ਉੱਥੇ ਬੁਲਾਇਆ ਸੀ, ਔਰ ਮੈਂ ਉੱਥੇ ਗਿਆ। ਉੱਥੇ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਉੱਥੇ 1.5 ਸਾਲ ਤੋਂ ਬਾਅਦ ਜਿਹੜਾ ਸ਼ਿਫਟਿੰਗ ਹੈਗੀ ਸੀ UK, ਤਾਂ ਮੈਂ UK ਵੀ ਉਹਨਾਂ ਦਾ ਕੈਂਪਸ ਵਿਜ਼ਿਟ ਕੀਤਾ। ਉੱਥੇ ਬਹੁਤ ਸਾਰੇ ਬੱਚੇ ਸ਼ਿਫਟ ਹੋ ਕੇ ਆਏ ਹੋਏ ਸੀ। ਉੱਥੇ ਮੈਂ ਬੱਚਿਆਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰੀ ਆਇਲਟਸ ਕਰ ਲਿਆ ਸੀ, ਪਰ ਸਾਨੂੰ ਜਿਹੜੇ ਬੈਂਡ ਨੇ ਉਹ 6 ਜਾਂ 5.5 ਤੋਂ ਉੱਪਰ ਆ ਹੀ ਨਹੀਂ ਰਹੇ ਸੀ। ਤਾਂ ਫਿਰ ਉਹਨਾਂ ਨੇ ਇਹ ਰਸਤਾ ਚੂਜ਼ ਕੀਤਾ, ਕਿਉਂਕਿ ਅਗਰ ਤੁਸੀਂ ਇੱਥੇ ਪੜ੍ਹਨ ਆਏ ਹੋ 1 ਸਾਲ, ਤਾਂ ਤੁਹਾਨੂੰ ਉਸ ਤੋਂ ਬਾਅਦ ਕੋਈ ਆਇਲਟਸ ਕਰਨ ਦੀ ਜ਼ਰੂਰਤ ਨਹੀਂ ਹੈ।
ਬਹੁਤ ਵੱਡੀਆਂ ਯੂਨੀਵਰਸਿਟੀ, ਡੀ ਮੌਨਫੋਰਡ ਯੂਨੀਵਰਸਿਟੀ ਦਾ ਕੈਂਪਸ ਹੈਗਾ ਉੱਥੇ। ਆਸਟ੍ਰੇਲੀਆ ਦੀਆਂ ਬਹੁਤ ਵੱਡੀਆਂ ਯੂਨੀਵਰਸਿਟੀ ਦੇ ਕੈਂਪਸ ਹੈਗੇ ਨੇ, ਤੁਸੀਂ ਉੱਥੇ ਜਾ ਸਕਦੇ ਹੋ। ਜਿਹੜੇ ਬੱਚਿਆਂ ਨੇ ਤਾਂ ਆਸਟ੍ਰੇਲੀਆ ਰੈਗੂਲਰ ਟਰਾਈ ਕਰ ਲਿਆ, ਵੀਜ਼ਾ ਨਹੀਂ ਆਇਆ, ਰਿਫਿਊਜ਼ ਹੋ ਗਏ, ਤੁਸੀਂ 1 ਸਾਲ ਉੱਥੇ ਦੁਬਈ ਲਾਓ, 1.5 ਸਾਲ ਉੱਥੇ ਲਾਓ, ਉਸ ਤੋਂ ਬਾਅਦ ਤੁਹਾਨੂੰ ਸ਼ਿਫਟਿੰਗ ਦੇ ਦਿੰਦੇ ਨੇ ਆਸਟ੍ਰੇਲੀਆ ਦੇ ਵਿੱਚ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਬੱਚਿਆਂ ਲਈ ਬੜੀ ਬੈਨੀਫੀਸ਼ੀਅਲ ਨੇ। ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਜਿਹੜੇ ਦੁਬਈ 'ਚ ਹੀ ਸੈਟਲ ਹੋ ਜਾਂਦੇ ਨੇ। ਤੁਸੀਂ ਮੰਨ ਲਓ MBA ਕਰਨ ਗਏ ਔਰ MBA ਤੋਂ ਬਾਅਦ ਜਿਹੜਾ ਤੁਹਾਨੂੰ ਉੱਥੇ ਇੱਦਾਂ ਦੀਆਂ ਕੰਪਨੀਆਂ ਮਿਲੀਆਂ ਵੱਡੀਆਂ ਜਿਹੜੀਆਂ ਤੁਹਾਨੂੰ ਉੱਥੇ ਹੀ 50,000 ਤੋਂ ਲੈ ਕੇ ਲੱਖ ਰੁਪਏ ਤੱਕ ਸੈਲਰੀ ਉੱਥੇ ਦੇ ਦਿੰਦੀਆਂ ਨੇ, ਔਰ ਨਾਲ ਰਹਿਣਾ ਵੀ ਦਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ। ਮੈਂ ਇੱਕ ਮੇਰੇ ਛੋਟੇ ਰਿਲੇਟਿਵ ਵੀ ਨੇ, ਉਹ ਉੱਥੇ ਕੰਮ ਕਰਦੇ ਨੇ ਇੱਕ 에ਅਰਵੇਜ਼ ਦੇ ਵਿੱਚ। ਓਕੇ। ਤਾਂ ਉਹਨਾਂ ਨੂੰ ਉੱਥੇ ਹੀ ਪਲੇਸਮੈਂਟ ਮਿਲੀ ਸੀ, ਉੱਥੇ ਹੀ ਪੜ੍ਹੇ ਸੀ ਔਰ ਉੱਥੇ ਹੀ ਪਲੇਸਮੈਂਟ ਮਿਲੀ, ਔਰ ਪੇ ਸੈਲਰੀ ਵੀ 2 ਲੱਖ ਸਮਥਿੰਗ ਹੈ। ਤਾਂ ਇਸ ਕਰਕੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਕਿਉਂਕਿ ਅਸੀਂ ਸਿਰਫ ਗੱਲਾਂ ਪੜ੍ਹੀਆਂ, ਸਿਰਫ ਉਹਨਾਂ 'ਤੇ ਨਹੀਂ ਵਿਸ਼ਵਾਸ ਕਰਦੇ। ਆਪ ਅਸੀਂ ਪਹਿਲਾਂ ਵਿਜ਼ਿਟ ਕਰਦੇ ਹਾਂ, ਤਰੀਕੇ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕਾਲਜ ਨਾਲ ਗੱਲਬਾਤ ਕਰਦੇ ਹਾਂ, ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਕਿੱਦਾਂ ਦੀ ਉਹਨਾਂ ਦੀ ਲਾਈਫ ਹੈਗੀ ਔਰ ਕਿਸ ਤਰੀਕੇ ਦਾ ਰਹਿਣਾ ਹੈਗਾ। ਫਿਰ ਉਸ ਤੋਂ ਬਾਅਦ ਹੀ ਅਸੀਂ ਡਿਸਾਈਡ ਕਰਦੇ ਹਾਂ ਕਿ ਕਿਸ ਚੀਜ਼ ਨੂੰ ਪ੍ਰਮੋਟ ਕਰਨਾ ਕਿ ਨਹੀਂ ਕਰਨਾ। ਇਸ ਕਰਕੇ ਇੱਕ ਬਹੁਤ ਵਧੀਆ ਚੀਜ਼ ਹੈ ਦੁਬਈ। ਅਗਰ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ, ਤੁਹਾਡੇ ਬਿਲਕੁਲ ਬੈਂਡ ਨਹੀਂ ਆ ਰਹੇ, ਤੁਸੀਂ ਰੈਗੂਲਰ ਬਹੁਤ ਲੰਬਾ ਗੈਪ ਹੋ ਗਿਆ, ਤੁਸੀਂ 10 ਸਾਲ ਦਾ ਗੈਪ ਹੈ, ਤੁਹਾਡਾ 5 ਸਾਲ ਦਾ ਗੈਪ ਹੈ, 7 ਸਾਲ ਦਾ ਗੈਪ ਹੈ, ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ ਤੁਹਾਡੇ ਲਈ। ਤੁਹਾਨੂੰ ਸੈਟਲਮੈਂਟ ਲਈ ਤੁਹਾਡੀ ਬਹੁਤ ਵਧੀਆ ਚੀਜ਼ ਹੋ ਸਕਦੀ ਹੈ। ਤੁਸੀਂ ਫੋਕਸ ਕਰੋਗੇ ਅਗਰ ਸਟੱਡੀ 'ਤੇ, ਤਾਂ ਤੁਹਾਡੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਬਹੁਤ ਵਧੀਆ ਮੁਕਾਮ 'ਤੇ ਪਹੁੰਚ ਸਕਦੇ ਹੋ। ਇਸ ਕਰਕੇ ਤੁਸੀਂ ਘਬਰਾਉਣਾ ਨਹੀਂ। ਅਗਰ ਨਹੀਂ ਕੁਛ ਤੁਹਾਡਾ ਬਣ ਰਿਹਾ ਤਾਂ ਤੁਸੀਂ ਵਾਇਆ ਦੁਬਈ, UK, ਆਸਟ੍ਰੇਲੀਆ ਜਾਂ ਕੈਨੇਡਾ ਜਾਂ USA ਵੀ ਜਾ ਸਕਦੇ ਹੋ। ਬਿਲਕੁਲ ਸਹੀ ਹੈ। ਤੇ ਅਸੀਂ ਵੀ ਇਸੇ ਲਈ ਸਰ ਦਾ ਇਹਨਾਂ ਸਾਲਾਂ ਦਾ ਤਜਰਬਾ ਹੈ ਤੇ ਸਟੂਡੈਂਟਸ ਇਹਨਾਂ ਤੇ ਵਿਸ਼ਵਾਸ ਕਰਦੇ ਨੇ, ਇਹਨਾਂ ਦੀ ਗਾਈਡੈਂਸ ਦੇ ਨਾਲ ਅੱਗੇ ਵਧਦੇ ਨੇ। ਤੇ ਉਮੀਦ ਕਰਦੇ ਆ ਤੁਹਾਡਾ ਵੀ ਅਗਰ ਕੋਈ ਡਾਊਟ ਰਹਿ ਗਿਆ ਹੋਵੇ, ਕੋਈ ਸਵਾਲ ਹੋਵੇ, ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਡਾਊਟ ਨੂੰ ਟਾਈਮਲੀ ਕਲੀਅਰ ਕਰੋ, ਸਹੀ ਆਪਸ਼ਨਸ ਦੇ ਨਾਲ ਅੱਗੇ ਵਧੋ, ਜੈਨੂਇਨ ਵੇ ਦੇ ਨਾਲ ਅਪਲਾਈ ਕਰਕੇ ਅੱਗੇ ਵਧੋ। ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਸ਼ੋਜ਼ ਲੈ ਕੇ ਆਉਂਦੇ ਰਵਾਂਗੇ। ਸਰ ਤੁਹਾਡਾ ਬਹੁਤ ਬਹੁਤ ਥੈਂਕਸ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।